ਜਿਹੜੇ ਫਿਲਮ ਮੇਕਰ ਨੇ ਉਹ ਵੀ ਲਗਾਤਾਰ ਇਹੀ ਹੈ ਕਿ ਵੱਡੀ ਫਿਲਮ ਬਣਾਇਆ ਜਾਵੇ ਤੇ ਉਹਦੇ ਵਿੱਚੋਂ ਮੁਨਾਫਾ ਕਮਾਇਆ ਜਾਵੇ। ਕੀ ਲੱਗਦਾ ਹੈ ਕਿ ਕਿੰਨਾ ਕੁ ਵੱਖਰਾ ਹੈ ਸਿਨੇਮਾ ਨਾਲੋਂ ਤੁਹਾਡਾ ਐਕਸਪੀਰੀਅੰਸ? देखो जी, मतलब सिनेमा एक ਇਹੋ ਜਿਹਾ ਮਾਧਿਅਮ ਹੈਗਾ ਜਿਹੜਾ ਕਿ ਮਤਲਬ ਜਾਂ ਤੇ ਤੁਸੀਂ ਇਹਨੂੰ ਐਜ਼ ਅ ਪਿਓਰ ਬਿਜ਼ਨਸ ਦੇਖ ਸਕਦੇ ਹੋ ਕਿ ਬਈ ਤੁਸੀਂ ਅਸੀਂ ਇਸ ਤੋਂ ਮਤਲਬ ਇੱਕ ਕਾਰੋਬਾਰ ਦੀ ਤਰ੍ਹਾਂ ਉਹਨੂੰ ਵੇਖ ਸਕਦੇ ਹੋ। ਸਟਰਗਲ ਬਹੁਤ ਹੈਗੀ ਹੈ ਕਿਉਂਕਿ ਇਹੋ ਜਿਹੀ ਫਿਲਮਾਂ ਬਣਾਉਣ ਵਾਸਤੇ ਜਾਂ ਇਹੋ ਜਿਹੀ ਕਿਸੇ ਵੀ ਕਲਾ ਵਾਸਤੇ ਮਤਲਬ ਜਿਹੜੀ ਕਿ ਫੰਡਿੰਗ ਹੈਗੀ ਉਹ ਆਸਾਨੀ ਨਾਲ ਨਹੀਂ ਮਿਲਦੀ ਹੈਗੀ ਹੈ। ਤੇ ਮਤਲਬ ਸਟੇਟ ਸਪੋਰਟ ਵੀ ਕਿਸੇ ਨਾਲ ਖਤਮ ਹੀ ਹੈਗੀ ਹੈ। ਤੇ ਤੁਸੀਂ ਦਿੱਲੀ ਨਾਲ ਸੰਬੰਧ ਰੱਖਦੇ ਹੋ, ਪਰ ਜਿਹੜੀਆਂ ਬਰੀਕੀਆਂ ਪੰਜਾਬੀ ਨੂੰ ਲੈ ਕੇ, ਪੰਜਾਬ ਨੂੰ ਲੈ ਕੇ ਤੁਹਾਡੀਆਂ ਜਿਹੜੀਆਂ ਫਿਲਮ ਨੇ ਉਹਨਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ, ਉਹਨਾਂ ਦੇ ਵਿੱਚ ਕਿੱਦਾਂ ਤੁਸੀਂ ਆਪਸ ਦੇ ਵਿੱਚ ਤਾਲਮੇਲ ਬਿਠਾਉਂਦੇ ਹੋ? ਜਿਹੜਾ ਲੇਖਕ ਦੀ ਹੈਗੀ ਹੈ ਉਹਦੀ ਆਪਣੀ ਨਿੱਜੀ ਜ਼ਿੰਦਗੀ ਤੇ ਉਹਨੇ ਜੋ ਵੇਖਿਆ ਤੇ ਉਹਦੀ ਜਿਹੜੀ ਮਤਲਬ ਇੱਕ ਰਿਐਲਿਟੀ ਹੈਗੀ ਹੈ, ਜਿਸ ਤਰ੍ਹਾਂ ਲੇਖਕ ਨੇ ਇੱਕ ਰਿਐਲਿਟੀ ਨੂੰ ਸਮਝਿਆ, ਉਹ ਆਲਰੇਡੀ ਮੇਰੇ ਕੋਲ ਇੱਕ ਕਿਸਮ ਨਾਲ ਇੱਕ ਪੇਸ਼ਕਸ਼ ਹੈਗੀ ਹੈ ਨਾਵਲ ਜਾਂ ਕਹਾਣੀ ਦੇ ਰੂਪ ਦੇ ਵਿੱਚ। ਮੈਂ ਪਿੰਡ ਮਤਲਬ ਪੰਜਾਬ ਦੇ ਹਰ ਇੱਕ ਪਿੰਡ 'ਚ ਫਿਰਿਆ ਹੈਗਾ ਮੈਂ, ਮਤਲਬ ਇੱਥੇ ਦਾ ਜਿਹੜਾ ਲੋਕ ਇਤਿਹਾਸ ਹੈਗਾ, ਜਿਹੜਾ ਇੱਥੇ ਦੇ ਕਿੱਸਾ ਗਾਉਣ ਦਾ ਟ੍ਰੈਡੀਸ਼ਨ ਹੈਗਾ, ਤੇ ਉਹਨਾਂ ਦੇ ਨਾਲ ਮੈਂ ਫਿਰਿਆ ਤੇ ਉਹ ਸਾਰਾ ਮੇਰਾ ਇੱਕ ਕਿਸਮ ਨਾਲ ਕਹਿ ਲਓ ਕਿ ਮੇਰਾ ਉਹ ਸਾਰਾ ਐਜੂਕੇਸ਼ਨ ਹੈਗੀ ਸੀ। ਕਿੰਨਾ ਕੁ ਤੁਹਾਨੂੰ ਕੰਮ ਕਰਨਾ ਪੈਂਦਾ ਹੈ ਕਿਉਂਕਿ ਨਾਵਲ ਹੁੰਦਾ ਉਹਦਾ ਖੇਤਰ ਬੜਾ ਵੱਡਾ ਹੁੰਦਾ, ਨਾਵਲ ਦੇ ਵਿੱਚ ਕਾਫੀ ਕੁਝ ਜਿਹੜਾ ਖੁੱਲ੍ਹਮ ਖੁੱਲ੍ਹਾ ਲਿਖਿਆ ਹੁੰਦਾ ਹੈ, ਪਰ ਉਸਨੂੰ ਤੁਸੀਂ ਇੱਕ ਫਿਲਮ ਕੁਝ ਹੀ ਮਤਲਬ ਕਿ ਮੰਨ ਲਓ ਅੱਧਾ ਘੰਟਾ ਜਾਂ 1 ਘੰਟੇ ਵਾਸਤੇ ਉਹਨੂੰ ਸਾਰੇ ਨੂੰ ਸੰਜੋਣ ਦੇ ਵਿੱਚ ਕਿਸ ਤਰ੍ਹਾਂ ਦੀ ਸਾਰੀ ਵਿਧੀ ਲੱਗਦੀ ਹੈ, ਕਿੰਨਾ ਕੰਮ ਕਰਨਾ? ਤੇ ਨਾਵਲ ਦਾ ਕੰਮ ਹੈਗਾ ਡਿਸਕ੍ਰਾਈਬ ਕਰਨਾ, ਸਾਡਾ ਕੰਮ ਹੈਗਾ ਕਿ ਅਸੀਂ ਕੈਮਰਾ ਰੱਖਦੇ ਹਾਂ ਤੇ ਆਪ ਹੀ ਸਾਰਾ ਕੁਝ ਹੂ ਬਹੂ ਤੁਹਾਡੀ ਅੱਖਾਂ ਦੇ ਸਾਹਮਣੇ ਆ ਜਾਂਦਾ। ਅੱਛਾ, ਇੱਕ ਤੁਹਾਡੇ ਜਿੰਨੇ ਵੀ ਕੰਮ ਦੇਖੇ ਨੇ ਹੁਣ ਤੱਕ, ਜਿੰਨੇ ਵੀ ਤੁਹਾਡੀਆਂ ਕਿਰਤੀਆਂ ਨੇ ਸਾਰੀਆਂ, ਉਹਨਾਂ ਦੇ ਵਿੱਚੋਂ ਜਿਵੇਂ ਅੰਨੇ ਘੋੜੇ ਦਾ ਦਾਣ, ਉਹਦੇ ਵਿੱਚ ਸਾਇਲੈਂਸ ਬਹੁਤ ਜ਼ਿਆਦਾ ਹੈ। ਕੀ ਕਾਰਨ ਹੈ ਕਿ ਇੰਨੀ ਚੁੱਪੀ, ਕਿ ਡਾਇਲੌਗਸ ਦਾ ਬਹੁਤ ਘੱਟ ਕੰਮ? ਸਾਡਾ ਜੀਵਨ ਹੀ ਇਹੋ ਜਿਹਾ ਹੈਗਾ, ਅਸੀਂ ਹਰ ਸਮੇਂ ਤਾਂ ਬੋਲਦੇ ਨਹੀਂ ਹੈਗੇ ਤੇ ਚੁੱਪੀ ਵੀ ਬਹੁਤ ਕੁਝ ਜ਼ਾਹਿਰ ਕਰਦੀ ਹੈਗੀ ਹੈ, ਚੁੱਪੀ ਬਹੁਤ ਕੁਝ ਐਕਸਪ੍ਰੈਸ ਕਰਦੀ ਹੈਗੀ ਹੈ। ਸਤਿ ਸ਼੍ਰੀ ਅਕਾਲ, D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਇੱਕ ਅਜਿਹੇ ਫਿਲਮ ਸਾਜ਼ ਦੇ ਨਾਲ ਜਿਨ੍ਹਾਂ ਨੇ ਲੀਕ ਤੋਂ ਹਟ ਕੇ ਫਿਲਮਾਂ ਬਣਾਈਆਂ ਨੇ। ਅਕਸਰ ਤੁਸੀਂ ਉਹਨਾਂ ਦੀਆਂ ਫਿਲਮਾਂ ਸੁਣਿਆ ਹੋਵੇਗਾ, ਉਹਨਾਂ ਦੇ ਅਵਾਰਡਸ ਬਾਰੇ ਵੀ ਸੁਣਿਆ ਹੋਵੇਗਾ। ਮੇਰੀ ਮੁਰਾਦ ਹੈ ਗੁਰਵਿੰਦਰ ਸਿੰਘ ਜੀ। ਗੁਰਵਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ। ਗੁਰਵਿੰਦਰ ਜੀ, ਦੇਖਿਆ ਜਾਂਦਾ ਹੈ ਕਿ ਅਕਸਰ ਸਿਨੇਮਾ ਜਿਹੜਾ ਵੱਡੀ ਸਕਰੀਨ ਸਾਂਝੀ ਕਰਨੀ ਚਾਹੁੰਦੇ ਨੇ ਸਾਰੇ, ਉਹਦੇ ਵੱਲ ਹੀ ਸਭ ਦਾ ਹੁੰਦਾ। ਜਿੰਨੇ ਅੱਜ ਕੱਲ੍ਹ ਦੇ ਨੌਜਵਾਨ ਵੀ ਨੇ ਉਹ ਵੀ ਚਾਹੁੰਦੇ ਨੇ ਕਿ ਜਲਦ ਤੋਂ ਜਲਦ ਸਾਡੀ ਵੱਡੇ ਪਰਦੇ ਦੇ ਉੱਤੇ ਐਂਟਰੀ ਹੋ ਜਾਵੇ। ਤੇ ਜਿਹੜੇ ਫਿਲਮ ਮੇਕਰ ਨੇ ਉਹ ਵੀ ਲਗਾਤਾਰ ਇਹੀ ਹੈ ਕਿ ਵੱਡੀ ਫਿਲਮ ਬਣਾਇਆ ਜਾਵੇ ਤੇ ਉਹਦੇ ਵਿੱਚੋਂ ਮੁਨਾਫਾ ਕਮਾਇਆ ਜਾਵੇ। ਪਰ ਤੁਹਾਡੀਆਂ ਜਿਹੜੀਆਂ ਫਿਲਮਾਂ ਨੇ, ਅੱਧ ਚਾਨਣੀ ਰਾਤ ਤੁਸੀਂ ਅੱਜ ਦਿਖਾਉਣ ਜਾ ਰਹੇ ਹੋ, ਇਸ ਤੋਂ ਇਲਾਵਾ ਅੰਨੇ ਘੋੜੇ ਦਾ ਦਾਣ, ਤੇ ਉਸ ਤੋਂ ਇਲਾਵਾ ਚੌਥੀ ਕੂਟ, ਕੀ ਲੱਗਦਾ ਹੈ ਕਿ ਕਿੰਨਾ ਕੁ ਵੱਖਰਾ ਹੈ ਸਿਨੇਮਾ ਨਾਲੋਂ ਤੁਹਾਡਾ ਐਕਸਪੀਰੀਅੰਸ? ਦੇਖੋ ਜੀ, ਮਤਲਬ ਸਿਨੇਮਾ ਇੱਕ ਇਹੋ ਜਿਹਾ ਮਾਧਿਅਮ ਹੈਗਾ ਜਿਹੜਾ ਕਿ ਮਤਲਬ ਜਾਂ ਤੇ ਤੁਸੀਂ ਇਹਨੂੰ ਐਜ਼ ਅ ਪਿਓਰ ਬਿਜ਼ਨਸ ਦੇਖ ਸਕਦੇ ਹੋ ਕਿ ਬਈ ਤੁਸੀਂ ਅਸੀਂ ਇਸ ਤੋਂ ਮਤਲਬ ਇੱਕ ਕਾਰੋਬਾਰ ਦੀ ਤਰ੍ਹਾਂ ਉਹਨੂੰ ਵੇਖ ਸਕਦੇ ਹੋ ਕਿ ਅਸੀਂ ਇਹਦੇ ਤੋਂ ਮਤਲਬ ਪੈਸਾ ਹੀ ਕਮਾਉਣਾ ਹੈ ਜਾਂ ਮਸ਼ਹੂਰੀਅਤ ਹੀ ਚਾਹੀਦੀ ਹੈਗੀ ਹੈ, ਜਾਂ ਫਿਰ ਤੁਸੀਂ ਇਹਨੂੰ ਇੱਕ ਕਿਸਮ ਨਾਲ ਮਤਲਬ ਤੁਸੀਂ ਇਹਨੂੰ ਇੱਕ ਕਹਿ ਲਓ ਕਿ ਬਈ ਇਹ ਐਜ਼ ਅ ਸਪਿਰਿਚੁਅਲ ਐਕਸਪੀਰੀਅੰਸ ਦੇਖ ਸਕਦੇ ਹੈਗੇ ਹੋ ਕਿ ਤੁਸੀਂ ਇਹਦੇ ਵਿੱਚੋਂ ਤੁਸੀਂ ਆਪਣੀ ਗਰੋਥ ਚਾਹੁੰਦੇ ਹੋ, ਆਪਣਾ ਮਤਲਬ ਦੁਨੀਆ ਨੂੰ ਦੇਖਣ ਦਾ ਇੱਕ ਅਲੱਗ ਨਜ਼ਰੀਆ ਹੈਗਾ ਜਿਹੜਾ ਤੁਸੀਂ ਜੋ ਤੁਸੀਂ ਦੇਖਦੇ ਹੋ, ਜਿਸ ਤਰ੍ਹਾਂ ਤੁਸੀਂ ਦੁਨੀਆ ਨੂੰ ਕ੍ਰਿਟੀਕਲੀ ਦੇਖਦੇ ਹੋ ਜਾਂ ਜੋ ਵੀ ਤੁਹਾਨੂੰ ਦੁਨੀਆ 'ਚ ਮਤਲਬ ਅਜੀਬ ਜਾਂ ਕਹਿ ਲਓ ਕਿ ਜਿਹੜਾ ਜਿਹਦੀ ਗੱਲ ਸਾਧਾਰਨ ਮੀਡੀਆ ਜਾਂ ਦੂਸਰਾ ਪੋਪੂਲਰ ਸਿਨੇਮਾ ਹੈਗਾ ਜਿਹੜਾ ਨਹੀਂ ਕਰਦਾ, ਤੁਸੀਂ ਉਹਨੂੰ ਦਰਸਾਉਣਾ ਚਾਹੁੰਦੇ ਹੋ। ਐਂਡ ਉਹਦੇ 'ਚ ਸਟਰਗਲ ਬਹੁਤ ਹੈਗੀ ਹੈ ਕਿਉਂਕਿ ਇਹੋ ਜਿਹੀ ਫਿਲਮਾਂ ਬਣਾਉਣ ਵਾਸਤੇ ਜਾਂ ਇਹੋ ਜਿਹੀ ਕਿਸੇ ਵੀ ਕਲਾ ਵਾਸਤੇ ਮਤਲਬ ਜਿਹੜੀ ਕਿ ਫੰਡਿੰਗ ਹੈਗੀ ਉਹ ਆਸਾਨੀ ਨਾਲ ਨਹੀਂ ਮਿਲਦੀ ਹੈਗੀ ਆ। ਤੇ ਹੁਣ ਤੇ ਮਤਲਬ ਸਟੇਟ ਸਪੋਰਟ ਵੀ ਕਿਸੇ ਨਾਲ ਖਤਮ ਹੀ ਹੈਗੀ ਹੈ। ਤੇ ਮੈਂ ਖੁਸ਼ਕਿਸਮਤ ਸੀ ਕਿ ਮੈਂ ਸਟੇਟ ਦੇ ਜਿਸ ਤਰ੍ਹਾਂ ਕਿ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਜਿਹੜੀ ਕਿ
ਸੰਸਥਾ ਹੈਗੀ ਹੈ ਜਿਹੜੀ ਕਿ ਸਰਕਾਰ ਵੱਲੋਂ ਫੰਡਡ ਹੈਗੀ ਹੈ ਕਿ ਜਿਹਦਾ ਬਹੁਤ ਵੱਡਾ ਲੰਬਾ ਇਤਿਹਾਸ ਰਿਹਾ ਹੈਗਾ ਭਾਰਤੀ ਪੈਰਲਲ ਸਿਨੇਮਾ ਦਾ, ਉਹਨਾਂ ਵੱਲੋਂ ਮੈਨੂੰ ਸਪੋਰਟ ਮਿਲੀ ਹੈਗੀ ਹੈ ਅੰਨੇ ਕੂੜੇਦਾਨ ਤੇ ਚੌਥੀ ਕੂਟ ਲਈ ਵੀ। ਤੇ ਇਸ ਕਰਕੇ ਮੇਰੇ ਖਿਆਲ ਨਾਲ ਉਹ ਫਿਲਮਾਂ ਬਣ ਸਕੀਆਂ। ਬਟ ਹਰ ਕਿਸੇ ਦਾ ਆਪਣਾ ਇੱਕ ਮਤਲਬ ਇੱਕ ਨਜ਼ਰੀਆ ਹੈਗਾ ਸਿਨੇਮਾ ਨੂੰ ਦੇਖਣ ਦਾ, ਸਿਨੇਮਾ ਨੂੰ ਕਿਸ ਤਰ੍ਹਾਂ ਕਿਸ ਪ੍ਰਯੋਗ 'ਚ ਲਿਆਉਣ ਦਾ। ਤੇ ਮੇਰਾ ਮੈਂ ਸ਼ਾਇਦ ਉਹਨੂੰ ਇੱਕ ਕਿਸਮ ਨਾਲ ਕਲਾ ਦਾ ਇੱਕ ਫਾਰਮ ਮੰਨਦਾ ਹੈਗਾ। ਜਿਸ ਤਰ੍ਹਾਂ ਕਿ ਕੋਈ ਜਿਸ ਤਰ੍ਹਾਂ ਲੇਖਨ ਹੈਗਾ ਜਾਂ ਕਵਿਤਾ ਹੈਗੀ ਹੈ ਜਾਂ ਜਿਸ ਤਰ੍ਹਾਂ ਕਿ ਕਲਾਕਾਰੀ ਹੈਗੀ ਹੈ, ਪੇਂਟਿੰਗ ਹੋਵੇ ਚਾਹੇ ਸਕਲਪਚਰ ਹੋਵੇ। ਸੋ ਇੱਕ ਉਸ ਦਰਜੇ ਦਾ ਮਾਧਿਅਮ ਹੈਗਾ ਕਿ ਜਿਹਦੇ ਵਿੱਚ ਸਾਰੀ ਕਲਾਵਾਂ ਵੀ ਇਕੱਠੀਆਂ ਆਉਂਦੀਆਂ ਨੇ ਤੇ ਇੱਕ ਆਪਣਾ ਹੀ ਅਸਤਿਤਵ ਵੀ ਖੜਾ ਕਰਦਾ ਹੈਗਾ ਜੀ। ਤੇ ਤੁਸੀਂ ਦਿੱਲੀ ਨਾਲ ਸੰਬੰਧ ਰੱਖਦੇ ਹੋ, ਪਰ ਜਿਹੜੀਆਂ ਬਰੀਕੀਆਂ ਪੰਜਾਬੀ ਨੂੰ ਲੈ ਕੇ, ਪੰਜਾਬ ਨੂੰ ਲੈ ਕੇ ਤੁਹਾਡੀਆਂ ਜਿਹੜੀਆਂ ਫਿਲਮ ਨੇ ਉਹਨਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ, ਉਹਨਾਂ ਦੇ ਵਿੱਚ ਕਿੱਦਾਂ ਤੁਸੀਂ ਆਪਸ ਦੇ ਵਿੱਚ ਤਾਲਮੇਲ ਬਿਠਾਉਂਦੇ ਹੋ? ਕਿਉਂਕਿ ਤੁਹਾਡਾ ਇੱਕ ਤਰ੍ਹਾਂ ਹੁੰਦਾ ਨਾ ਕਿ ਅਲੱਗ ਆ, ਤੁਹਾਡਾ ਜਿਹੜਾ ਵਿਸ਼ਾ ਵੀ ਅਲੱਗ ਆ, ਤੁਹਾਡਾ ਜਿਹੜਾ ਖੇਤਰ ਵੀ ਅਲੱਗ ਆ, ਤੇ ਪੰਜਾਬ ਨਾਲ ਕਿਸ ਤਰ੍ਹਾਂ ਲਗਾਵ? ਨਹੀਂ ਦੇਖੋ, ਇੱਕ ਤਾਂ ਕਿਉਂਕਿ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਮੈਂ ਦਿੱਲੀ ਤੋਂ ਬਿਲੋਂਗ ਕਰਦਾ ਹਾਂ, ਤੇ ਮੈਂ ਉਹਦੇ ਲਈ ਮੈਨੂੰ ਕੀ ਜਿਹੜਾ ਕਿ ਸਾਹਿਤ ਹੈਗਾ ਉਹ, ਕਿਉਂਕਿ ਉਹ ਜਿਹੜਾ ਲੇਖਕ ਦੀ ਹੈਗੀ ਹੈ ਉਹਦੀ ਆਪਣੀ ਨਿੱਜੀ ਜ਼ਿੰਦਗੀ ਤੇ ਉਹਨੇ ਜੋ ਵੇਖਿਆ ਤੇ ਉਹਦੀ ਜਿਹੜੀ ਮਤਲਬ ਇੱਕ ਰਿਐਲਿਟੀ ਹੈਗੀ ਹੈ, ਜਿਸ ਤਰ੍ਹਾਂ ਲੇਖਕ ਨੇ ਇੱਕ ਰਿਐਲਿਟੀ ਨੂੰ ਸਮਝਿਆ, ਉਹ ਆਲਰੇਡੀ ਮੇਰੇ ਕੋਲ ਇੱਕ ਕਿਸਮ ਨਾਲ ਇੱਕ ਪੇਸ਼ਕਸ਼ ਹੈਗੀ ਹੈ ਨਾਵਲ ਜਾਂ ਕਹਾਣੀ ਦੇ ਰੂਪ ਦੇ ਵਿੱਚ। ਤੇ ਉਹਦੇ 'ਚ ਕੀ ਹੁੰਦਾ ਹੈ ਕਿ ਮਤਲਬ ਤੁਸੀਂ ਇੱਕ ਜਿਸ ਤਰ੍ਹਾਂ ਹੁਣ ਮੈਂ ਗੁਰਦਿਆਲ ਸਿੰਘ ਜੀ ਨੂੰ ਮੈਂ ਅਡਾਪਟ ਕੀਤਾ, ਤੇ ਉਹਨਾਂ ਦਾ ਜਿਹੜਾ ਐਕਸਪੀਰੀਅੰਸ, ਉਹਨਾਂ ਦਾ ਜਿਹੜਾ ਤਜਰਬਾ, ਉਹਨਾਂ ਦਾ ਜਿਹੜਾ ਮਾਲਵੇ ਦਾ ਜਿਹੜਾ ਐਕਸਪੀਰੀਅੰਸ ਹੈਗਾ, ਉਹਨੂੰ ਲੈ ਕੇ ਤੇ ਉਹਦੇ ਨਾਲ ਮੈਂ ਆਪਣਾ ਜਿਹੜਾ ਜੋ ਮੈਂ ਦੇਖਦਾ ਜੋ ਮਤਲਬ ਜਿਸ ਤਰ੍ਹਾਂ ਮੈਂ ਹੁਣ ਪੰਜਾਬ ਮੈਂ ਫਿਰਿਆ 4-5 ਸਾਲ ਪਹਿਲਾਂ ਵੀ, ਔਰ ਮੈਂ ਹੁਣ ਆਲਮੋਸਟ ਮੈਨੂੰ 2 ਦਹਾਕੇ ਹੋ ਗਏ ਨੇ ਪੰਜਾਬ 'ਚ ਆਉਂਦੇ, ਤੇ ਪੰਜਾਬ 'ਚ ਵੱਖਰੇ ਤਰੀਕਿਆਂ ਦਾ ਕੰਮ ਕਰਦੇ ਹੋਏ। ਸਿਰਫ ਆਹੀ ਤੁਸੀਂ 3 ਫਿਲਮਾਂ ਦਾ ਨਾਂ ਲਿੱਤਾ, ਪਰ ਮੈਂ ਇੱਥੇ ਬਹੁਤ ਡਾਕੂਮੈਂਟਰੀਆਂ ਤੇ ਬਹੁਤ ਸਾਰੇ ਨਾਨ ਫਿਕਸ਼ਨ ਦੇ ਉੱਤੇ ਵੀ ਕੰਮ ਕੀਤਾ ਹੋਇਆ ਹੈਗਾ ਮੇਰੇ ਕੋਲ। ਮੈਂ ਬਹੁਤ ਡਾਕੂਮੈਂਟੇਸ਼ਨ ਕੀਤੀ ਹੋਈ ਹੈ ਇੱਥੇ। ਮੈਂ ਮਤਲਬ ਪੰਜਾਬ ਦੇ ਹਰ ਇੱਕ ਪਿੰਡ 'ਚ ਫਿਰਿਆ ਹੈਗਾ ਮੈਂ। ਮਤਲਬ ਇੱਥੇ ਦਾ ਜਿਹੜਾ ਲੋਕ ਇਤਿਹਾਸ ਹੈਗਾ, ਜਿਹੜਾ ਇੱਥੇ ਦੇ ਕਿੱਸਾ ਗਾਉਣ ਦਾ ਟ੍ਰੈਡੀਸ਼ਨ ਹੈਗਾ, ਤੇ ਉਹਨਾਂ ਦੇ ਨਾਲ ਮੈਂ ਫਿਰਿਆ। ਤੇ ਉਹ ਸਾਰਾ ਮੇਰਾ ਇੱਕ ਕਿਸਮ ਨਾਲ ਕਹਿ ਲਓ ਕਿ ਮੇਰਾ ਉਹ ਸਾਰਾ ਐਜੂਕੇਸ਼ਨ ਹੈਗੀ ਸੀ ਜਿਹੜੀ ਕਿ ਮੈਨੂੰ ਇੱਥੇ ਮੈਂ ਪਿਛਲੇ 20 ਸਾਲਾਂ ਤੋਂ ਲੈਂਦਾ ਰਿਹਾ ਹੈਗਾ। ਤਾਂ ਹੀ ਮੈਨੂੰ ਜਦੋਂ ਮੈਂ ਕੁਝ ਪੜ੍ਹਦਾ ਹੈਗਾ ਤੇ ਜੋ ਮੈਂ ਦੇਖਦਾ ਹੈਗਾ ਉਹਦਾ ਇੱਕ ਕਿਸਮ ਨਾਲ ਤੁਸੀਂ ਕਹਿ ਲਓ ਕਿ ਇੱਕ ਕਿਸਮ ਨਾਲ ਇੱਕ ਮਿਕਸਡ ਰਿਐਲਿਟੀ ਉਭਰ ਕੇ ਆਉਂਦੀ ਹੈ ਜਦੋਂ ਮੈਂ ਉਹਨੂੰ ਸਿਨੇਮੇ ਦੇ ਉੱਤੇ ਪੇਸ਼ ਕਰਦਾ ਹਾਂ। ਅੱਛਾ ਗੁਰਿੰਦਰ ਜੀ, ਕਿੰਨਾ ਕੁ ਤੁਹਾਨੂੰ ਕੰਮ ਕਰਨਾ ਪੈਂਦਾ ਹੈ? ਕਿਉਂਕਿ ਨਾਵਲ ਹੁੰਦਾ ਉਹਦਾ ਖੇਤਰ ਬੜਾ ਵੱਡਾ ਹੁੰਦਾ, ਨਾਵਲ ਦੇ ਵਿੱਚ ਕਾਫੀ ਕੁਝ ਜਿਹੜਾ ਖੁੱਲ੍ਹਾ ਲਿਖਿਆ ਹੁੰਦਾ ਹੈ, ਪਰ ਉਸ ਨੂੰ ਤੁਸੀਂ ਇੱਕ ਫਿਲਮ ਕੁਝ ਹੀ ਮਤਲਬ ਕਿ ਮੰਨ ਲਓ ਅੱਧਾ ਘੰਟਾ ਜਾਂ 1 ਘੰਟੇ ਵਾਸਤੇ ਉਹਨੂੰ ਸਾਰੇ ਨੂੰ ਸੰਜੋਣ ਦੇ ਵਿੱਚ ਕਿਸ ਤਰ੍ਹਾਂ ਦੀ ਸਾਰੀ ਵਿਧੀ ਲੱਗਦੀ ਹੈ? ਕਿੰਨਾ ਕੰਮ ਕਰਨਾ ਪੈਂਦਾ? ਕੰਮ ਤੇ ਦੇਖੋ, ਸੰਪੂਰਨ ਨਾਵਲ ਦੇ ਉੱਤੇ ਤੇ ਫਿਲਮ ਬਣਾਉਣਾ ਨਾ ਹੀ ਪੋਸੀਬਲ ਹੈਗਾ, ਨਾ ਹੀ ਵਾਜਿਬ ਹੈਗਾ ਮੇਰੇ ਖਿਆਲ ਨਾਲ। ਕਿਉਂਕਿ ਉਹ ਤੇ ਫਿਰ ਇੱਕ ਅਲੱਗ ਨਾਵਲ ਦਾ ਇੱਕ ਅਲੱਗ ਫੈਲਾਅ ਹੁੰਦਾ ਹੈ। ਉਹਦੇ 'ਚ ਨਾਵਲ ਦੇ ਵਿੱਚ ਡਿਸਕ੍ਰਿਪਸ਼ਨਸ ਬਹੁਤ ਜ਼ਿਆਦਾ ਹੁੰਦੀਆਂ ਨੇ, ਤੇ ਨਾਵਲ ਦਾ ਕੰਮ ਹੈਗਾ ਡਿਸਕ੍ਰਾਈਬ ਕਰਨਾ। ਸਾਡਾ ਕੰਮ ਹੈਗਾ ਕਿ ਅਸੀਂ ਕੈਮਰਾ ਰੱਖਦੇ ਹਾਂ ਤੇ ਆਪ ਹੀ ਸਾਰਾ ਕੁਝ ਹੂ ਬਹੂ ਤੁਹਾਡੀ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ। ਤੇ ਫਿਲਮ ਦਾ ਕੰਮ ਨਹੀਂ ਹੈਗਾ ਉਹਨੂੰ ਡਿਸਕ੍ਰਾਈਬ ਕਰਨਾ। ਤੇ ਉਹਦੇ ਵਿੱਚ ਫਿਰ ਬਹੁਤ ਸਾਰੀ ਚੀਜ਼ਾਂ ਜਲਦੀ ਸਮਝ ਵੀ ਆਉਂਦੀਆਂ ਨੇ ਤੇ ਜਲਦੀ ਦੱਸੀਆਂ ਵੀ ਜਾ ਸਕਦੀਆਂ ਨੇ। ਤੇ ਜਿਹੜਾ ਨਾਵਲ ਕਈ ਵਾਰੀ ਲੱਗਦਾ ਕਿ ਨਾਵਲ ਬਹੁਤ ਲੰਬਾ ਹੈਗਾ, ਪਰ ਜਦੋਂ ਤੁਸੀਂ ਉਹਦਾ ਸਕ੍ਰਿਪਟ ਲਿਖਦੇ ਹੋ ਜਾਂ ਤੁਸੀਂ ਉਹਨੂੰ ਦਰਸਾਉਂਦੇ ਹੋ ਕੈਮਰੇ ਦੇ ਅੱਗੇ, ਤੇ ਉਹ ਆਪਣੇ ਆਪ ਇੱਕ ਕਿਸਮ ਨਾਲ ਸਿਮਟ ਕੇ। ਪਰ ਹਾਂ, ਇਹ ਵੀ ਜ਼ਰੂਰ ਹੈ ਕਿ ਉਹਦੇ ਵਿੱਚੋਂ ਕਈ ਚੀਜ਼ਾਂ ਕੱਢਣੀਆਂ ਪੈਂਦੀਆਂ ਨੇ, ਕਈ ਚੀਜ਼ਾਂ ਬਹੁਤ ਹੀ ਜਿਹੜੇ ਅਹਿਮ ਜਿਹੜੇ ਉਹਦੇ 'ਚ ਈਵੈਂਟ ਹੁੰਦੇ ਨੇ ਉਹਨਾਂ ਨੂੰ ਰੱਖਣਾ ਪੈਂਦਾ ਹੈਗਾ। ਕਈ ਅਹਿਮ ਗੱਲਾਂ ਰੱਖਣੀਆਂ ਪੈਂਦੀਆਂ ਨੇ। ਕੁਝ ਤੁਹਾਨੂੰ ਲੱਗਦਾ ਕਿ ਨਹੀਂ ਇਹਦੇ ਬਿਨਾਂ ਵੀ ਕਹਾਣੀ ਪੂਰੀ ਹੈਗੀ ਹੈ, ਜਾਂ ਤੇ ਕਈ ਮਿਸਿੰਗ ਚੀਜ਼ਾਂ ਨਾਲ ਕਈ ਵਾਰੀ ਇੱਕ ਕਲਾ ਜਿਹੜੀ ਹੁੰਦੀ ਹੈ ਨਾ, ਇੱਕ ਰਚਨਾ ਹੁੰਦੀ ਹੈ ਜਿਹੜੀ ਕਈ ਵਾਰੀ ਉਹ ਹੋਰ ਵੀ ਮਤਲਬ ਸਟਰੋਂਗ ਹੋ ਜਾਂਦੀ ਹੈ। ਅੱਛਾ, ਇੱਕ ਤੁਹਾਡੇ ਜਿੰਨੇ ਵੀ ਕੰਮ ਦੇਖੇ ਨੇ ਹੁਣ ਤੱਕ, ਜਿੰਨੇ ਵੀ ਤੁਹਾਡੀਆਂ ਕਿਰਤੀਆਂ ਨੇ ਸਾਰੀਆਂ, ਉਹਨਾਂ ਦੇ ਵਿੱਚੋਂ ਜਿਵੇਂ ਅੰਨੇ ਘੋੜੇ ਦਾ ਦਾਣ ਹੈ, ਉਹਦੇ ਵਿੱਚ ਸਾਇਲੈਂਸ ਬਹੁਤ ਜ਼ਿਆਦਾ ਹੈ। ਕੀ ਕਾਰਨ ਹੈ ਕਿ ਇੰਨੀ ਚੁੱਪੀ, ਕਿ ਡਾਇਲੋਗਸ ਦਾ ਬਹੁਤ ਘੱਟ ਕੰਮ ਹੈ? ਦੇਖੋ, ਸਾਡਾ ਜੀਵਨ ਹੀ ਇਹੋ ਜਿਹਾ ਹੈਗਾ, ਅਸੀਂ ਹਰ ਸਮੇਂ ਤੋਂ ਬੋਲਦੇ ਨਹੀਂ ਹੈਗੇ।
ਤੇ ਚੁੱਪੀ ਵੀ ਬਹੁਤ ਕੁਝ ਜ਼ਾਹਿਰ ਕਰਦੀ ਹੈਗੀ ਹੈ, ਚੁੱਪੀ ਬਹੁਤ ਕੁਝ ਐਕਸਪ੍ਰੈਸ ਕਰਦੀ ਹੈਗੀ ਹੈ। ਬੰਦਾ ਸਿਰਫ ਬੋਲਦਾ ਜਾਂ ਹਰ ਸਮੇਂ ਆਪਣੇ ਆਪ ਨੂੰ ਮਤਲਬ ਕਿਸੇ ਕਨਸਟੈਂਟ ਮਤਲਬ ਜਿਹੜਾ ਕਹਿੰਦੇ ਨੇ ਕਿ ਇੰਗੇਜਮੈਂਟ ਤੇ ਨਹੀਂ ਰਹਿੰਦੀ ਉਹਦੀ ਦੂਸਰਿਆਂ ਦੇ ਨਾਲ, ਤੇ ਕਿੰਨਾ ਜ਼ਿਆਦਾ ਸਮੇਂ ਹੁੰਦਾ ਜਿਹੜਾ ਅਸੀਂ ਆਪਣੇ ਨਾਲ ਬਿਤਾਉਂਦੇ ਹੈਗੇ ਆ। ਸੋ ਉਹ ਤੁਸੀਂ ਦੇਖੋ ਤੇ ਮਤਲਬ ਤਾਂ ਉਹ ਵੀ ਇਕੁਅਲੀ ਮਤਲਬ ਜ਼ਰੂਰੀ ਹੈਗਾ, ਮਤਲਬ ਉਹ ਵੀ ਜੀਵਨ ਦਾ ਹੀ ਹਿੱਸਾ ਹੈਗਾ। ਤੇ ਮੈਂ ਹਾਂ ਠੀਕ ਹੈ, ਇੱਕ ਸਿਨੇਮਾ ਹੈਗਾ ਜਿਹੜਾ ਕਿ ਮੋਸਟਲੀ ਡਾਇਲੋਗ ਡਰਿਵਨ ਹੁੰਦਾ ਹੈ ਕਿ ਹਾਂ ਬਈ ਤੁਸੀਂ ਉਹ ਜਿਹੜੇ ਬੋਲਚਾਲ ਦੀ ਜਿਹੜਾ ਜੋ ਬੋਲਣਾ ਹੈਗਾ ਉਹੀ ਜਿਹੜੀ ਵਾਰਤਾਲਾਪ ਹੈਗੀ ਹੈ ਉਹੀ ਉਹਨੂੰ ਲੈ ਕੇ ਐਜ਼ ਅ ਮੇਨ ਨੈਰੇਟਿਵ ਚੱਲਦਾ ਹੈਗਾ। ਪਰ ਵਾਰਤਾਲਾਪ ਤੋਂ ਇਲਾਵਾ ਜਗ੍ਹਾਵਾਂ, ਲੈਂਡਸਕੇਪ, ਹੋਰ ਬਹੁਤ ਸਾਰੀ ਚੀਜ਼ਾਂ, ਮੌਸਮ, ਰੋਸ਼ਨੀ, ਧੁੱਪ, ਛਾਂ, ਧੁੰਦ, ਬਾਰਿਸ਼, ਹਨੇਰਾ, ਦੁਪਹਿਰ, ਇਹ ਸਾਰੀ ਚੀਜ਼ਾਂ ਵੀ ਆਪਣੀ ਇੱਕ ਕਹਾਣੀ ਦੱਸਦੀਆਂ ਨੇ। ਤੇ ਉਹ ਸਾਰੀਆਂ ਮੇਰਾ ਕੋਸ਼ਿਸ਼ ਰਹਿੰਦੀ ਹੈ ਕਿ ਇਹਨਾਂ ਨੂੰ ਵੀ ਇੱਕ ਅਹਿਮ ਦਰਜਾ ਦਿੱਤਾ ਜਾਵੇ, ਬਜਾਏ ਕਿ ਕੇਵਲ ਜਿਹੜੇ ਮਨੁੱਖੀ ਕੈਰੈਕਟਰ ਹੈਗੇ ਨੇ। ਕਿਉਂਕਿ ਮੈਂ ਇਹਨਾਂ ਨੂੰ ਵੀ ਕੈਰੈਕਟਰ ਸਮਝਦਾ, ਮੈਂ ਇੱਕ ਦਰਖਤ ਨੂੰ ਵੀ ਇੱਕ ਕੈਰੈਕਟਰ ਸਮਝਦਾ, ਤੇ ਮੈਂ ਇੱਕ ਘਰ ਨੂੰ ਵੀ ਕੈਰੈਕਟਰ ਸਮਝਦਾ, ਤੇ ਇੱਕ ਗਲੀ ਨੂੰ ਵੀ ਕੈਰੈਕਟਰ ਸਮਝਦਾ ਜੀ। ਤੇ ਹੁਣ ਤੱਕ ਤੁਹਾਡੀਆਂ ਪ੍ਰਾਪਤੀਆਂ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਅਵਾਰਡ ਤੁਹਾਨੂੰ ਮਿਲ ਚੁੱਕੇ ਨੇ? ਨੈਸ਼ਨਲ ਅਵਾਰਡ ਵੀ ਮਿਲ ਚੁੱਕਿਆ, ਉਸ ਤੋਂ ਇਲਾਵਾ ਕਿੱਥੇ ਤੱਕ ਤੁਹਾਡੀਆਂ ਜਿਹੜੀਆਂ ਫਿਲਮਾਂ ਨੇ ਉਹਨਾਂ ਦਾ ਪ੍ਰਦਰਸ਼ਨ ਹੋ ਚੁੱਕਿਆ? ਉਹ ਤੇ ਮੇਰਾ ਕਹਿਣਾ ਵਾਜਿਬ ਨਹੀਂ ਹੈਗਾ, ਪਰ ਤੁਹਾਡੇ ਮੂੰਹੋਂ ਫਿਰ ਵੀ ਇੱਕ ਹੁੰਦਾ ਨਾ ਕਿ ਕਹਿਣਾ ਨਹੀਂ ਵਾਜਿਬ, ਪਰ ਫਿਰ ਵੀ ਤੁਹਾਡੇ ਆਪਣੇ ਮੂੰਹੋਂ ਆਪਣੀ ਬੜਾਈ ਨਹੀਂ ਕਰਨੀ ਚਾਹੀਦੀ। ਤੇ ਜ਼ਰੂਰ ਹਾਂ ਠੀਕ ਹੈ, ਮੇਰੀ ਫਿਲਮਾਂ ਜ਼ਰੂਰ ਬਾਹਰਲੇ ਮੁਲਕਾਂ ਦੇ ਫਿਲਮ ਫੈਸਟੀਵਲਾਂ ਵਿੱਚ, ਹਿੰਦੁਸਤਾਨ ਦੇ ਫਿਲਮੀ ਮੇਲਿਆਂ ਦੇ ਵਿੱਚ ਵੀ ਗਈਆਂ ਨੇ, ਤੇ ਮੈਨੂੰ 2 ਰਾਸ਼ਟਰੀ ਪੁਰਸਕਾਰ ਮਿਲੇ ਨੇ। ਇੱਕ ਤੇ ਅੰਨੇ ਕੂੜੇਦਾਨ ਵਾਸਤੇ ਬੈਸਟ ਡਾਇਰੈਕਟਰ ਦਾ ਮਿਲਿਆ ਸੀ, ਚੌਥੀ ਕੂੜ ਨੂੰ ਬੈਸਟ ਪੰਜਾਬੀ ਫਿਲਮ ਦਾ ਅਵਾਰਡ ਵੀ ਮਿਲਿਆ ਸੀ। ਤੇ ਉਸ ਤੋਂ ਇਲਾਵਾ ਬਾਹਰਲੇ ਮੁਲਕਾਂ ਦੇ ਵਿੱਚ ਕੁਝ ਅਵਾਰਡ ਮਿਲੇ ਨੇ ਫਿਲਮਾਂ ਵੱਡੇ ਫੈਸਟੀਵਲਾਂ, ਜਿਸ ਤਰ੍ਹਾਂ ਸਭ ਤੋਂ ਵੱਡੇ ਫੈਸਟੀਵਲ ਜਿਹਨੂੰ ਮੰਨਿਆ ਜਾਂਦਾ ਕਾਂਸ ਫਿਲਮ ਫੈਸਟੀਵਲ ਦੇ ਚੌਥੀ ਕੂੜ ਦਾ ਪ੍ਰੀਮੀਅਰ ਹੋਇਆ ਸੀ। ਤੇ ਉਸ ਤਰ੍ਹਾਂ ਅੰਨੇ ਕੂੜੇਦਾਨ ਦਾ ਵੀ ਵੈਨਿਸ ਫਿਲਮ ਫੈਸਟੀਵਲ 'ਚ ਹੋਇਆ ਸੀ। ਹੁਣ ਅਚਾਨੀ ਰਾਤ ਦਾ ਰੀਸੈਂਟਲੀ ਹਾਲੈਂਡ ਦੇ ਵਿੱਚ ਰੋਟਰਡੈਮ ਫਿਲਮ ਫੈਸਟੀਵਲ ਹੁੰਦਾ ਹੈ, ਉਹਦੇ 'ਚ ਹੋਇਆ। ਤੇ ਮੇਰੀ ਫਿਲਮਾਂ ਦਾ ਇੱਕ ਸਫ਼ਰ ਸਮਝ ਲਓ ਕਿ ਉੱਥੋਂ ਹੀ ਸ਼ੁਰੂ ਹੁੰਦਾ ਹੈ। ਤੇ ਕਈ ਵਾਰੀ ਮੈਨੂੰ ਲੱਗਦਾ ਹੈ ਕਿ ਮੈਂ ਕਿਉਂਕਿ ਸਿਨੇਮਾ ਇੱਕ ਦੇਖੋ ਤੇ ਇੱਕ ਇੰਟਰਨੈਸ਼ਨਲ ਮਾਧਿਅਮ ਹੈਗਾ, ਇਹ ਕਿਸੇ ਹਾਲਾਂਕਿ ਇਹ ਕਲਚਰ ਡਿਪਿਕਟ ਕਰਦਾ ਹੈਗਾ ਹੈ, ਪਰ ਸਮਝਿਆ ਜਾਂ ਦੇਖਿਆ ਕਿ ਕੋਈ ਵੀ ਸਕਦਾ ਹੈ। ਹੁਣ ਜਿਸ ਤਰ੍ਹਾਂ ਕਿਸੇ ਨੇ ਜੇ ਪੰਜਾਬੀ 'ਚ ਨਾਵਲ ਲਿਖੀ ਹੈ, ਤਾਂ ਜਦੋਂ ਤੱਕ ਉਹਦਾ ਅਨੁਵਾਦ ਅੰਗਰੇਜ਼ੀ ਜਾਂ ਦੂਸਰੀ ਭਾਸ਼ਾਵਾਂ 'ਚ ਨਹੀਂ ਹੁੰਦਾ, ਉਹ ਨਾਵਲ ਪਹੁੰਚਦਾ ਨਹੀਂ ਹੈਗਾ ਉਹਨਾਂ ਤੱਕ। ਤੇ ਸਿਨੇਮਾ ਦੀ ਇਹੀ ਖਾਸੀਅਤ ਹੈਗੀ ਕਿ ਹੂ-ਬ-ਹੂ ਉਹ ਭਾਸ਼ਾ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਲੋਕਾਂ ਨੂੰ ਸੁਣਨ ਨੂੰ ਤੇ ਮਿਲਦੀ ਹੈਗੀ, ਭਾਵੇਂ ਉਹ ਨਹੀਂ ਸਮਝ ਸਕਦੇ ਪੰਜਾਬੀ, ਠੀਕ ਹੈ, ਆਪਣੀ ਭਾਸ਼ਾ ਦੇ ਸਬਟਾਈਟਲ ਦੇ ਵਿੱਚ ਜਾਂ ਡਬਿੰਗ ਦੇ ਵਿੱਚ, ਡਬਿੰਗ ਨਹੀਂ ਸਬਟਾਈਟਲ ਦੇ ਵਿੱਚ ਸਮਝਦੇ ਨੇ, ਬਟ ਐਟਲੀਸਟ ਉਹਨਾਂ ਦੇ ਕੰਨਾਂ ਦੇ ਵਿੱਚ ਪੰਜਾਬੀ ਭਾਸ਼ਾ ਤੇ ਪੈਂਦੀ ਹੈਗੀ ਹੈ। ਬਿਲਕੁਲ, ਚਾਹੇ ਉਹ ਨਾ ਸਮਝਣ, ਭਾਸ਼ਾ ਨਾ ਸਮਝਣ, ਉਹਦਾ ਅਨੁਵਾਦ ਸਮਝਦੇ ਨੇ। ਤੇ ਇਸੇ ਤਰ੍ਹਾਂ ਮੈਂ ਵੀ ਜਦੋਂ ਦੁਨੀਆ ਦਾ ਸਿਨੇਮਾ ਦੇਖਿਆ, ਮੈਂ ਈਰਾਨ ਦਾ ਸਿਨੇਮਾ ਦੇਖਿਆ, ਉਹਦੇ 'ਚ ਮੈਂ ਫਾਰਸੀ ਸੁਣੀ, ਮੈਂ ਸਪੇਨ ਦਾ ਦੇਖਿਆ, ਮੈਂ ਸਪੈਨਿਸ਼ ਸੁਣੀ, ਇਟਾਲੀਅਨ ਸੁਣੀ, ਜਾਪਾਨੀ ਸੁਣੀ, ਕੋਰੀਅਨ ਸੁਣੀ, ਚੀਨੀ ਸੁਣੀ, ਸਾਰਾ ਕੁਝ ਸੁਣਿਆ ਹੋਇਆ ਹੈ। ਸੋ ਐਟਲੀਸਟ ਮੈਨੂੰ ਲੱਗਦਾ ਕਿ ਇਹਦੇ ਨਾਲ ਐਟਲੀਸਟ ਭਾਸ਼ਾ ਇੱਕ ਇਮੀਡੀਏਟਲੀ ਕਿਸੇ ਵੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਪਹੁੰਚ ਜਾਂਦੀ ਹੈਗੀ ਹੈ ਇਸ ਮਾਧਿਅਮ ਦੇ ਥਰੂ। ਜੀ, ਬਹੁਤ ਬਹੁਤ ਧੰਨਵਾਦ ਗੁਰਵਿੰਦਰ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਆਪਣੇ ਜਿਹੜੇ ਕੀਮਤੀ ਪਲ ਨੇ ਉਹ ਸਾਨੂੰ ਦਿੱਤੇ। ਧੰਨਵਾਦ ਤੁਹਾਡਾ। ਮੋਸਟ ਵੈਲਕਮ, ਥੈਂਕ ਯੂ। ਇਹ ਸਨ ਸਾਡੇ ਨਾਲ ਫਿਲਮ ਮੇਕਰ ਗੁਰਵਿੰਦਰ ਸਿੰਘ, ਜਿਨ੍ਹਾਂ ਨੇ ਫਿਲਮ ਇੰਸਟੀਚਿਊਟ ਪੁਣੇ ਦੇ ਵਿੱਚ ਉੱਥੋਂ ਇਹਨਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੇ ਵੱਡੇ ਪੱਧਰ ਦੇ ਉੱਤੇ ਪੰਜਾਬੀ ਸੱਭਿਆਚਾਰ ਨੂੰ, ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਵੱਡੇ ਫਿਲਮ ਫੈਸਟੀਵਲ ਨੇ, ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਵਿੱਚ ਵੀ ਪੰਜਾਬ ਦੇ ਨਾਲ ਸੰਬੰਧਿਤ ਇਹਨਾਂ ਵੱਲੋਂ ਬਣਾਈਆਂ ਗਈਆਂ ਫਿਲਮਾਂ, ਖਾਸ ਕਰ ਨਾਵਲਾਂ, ਕਹਾਣੀਆਂ ਦੇ ਉੱਤੇ ਕਾਫੀ ਪ੍ਰਸਿੱਧ ਹੋਈਆਂ ਨੇ। ਸੋ ਅਜਿਹੀ ਸ਼ਖਸੀਅਤ ਨੂੰ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਮੈਨੂੰ ਤੇ ਮੇਰੇ ਕੈਮਰਾਮੈਨ ਗਗਨ ਨੂੰ ਦਿਓ ਇਜਾਜ਼ਤ। ਧੰਨਵਾਦ।